ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂਲੇ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਆਪ ਸਾਰੇ ਮਾਈ ਭਾਈ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਬਖਸ਼ਿਸ਼ ਆਪਣੀ ਰੋਜ਼ਾਨਾ ਝੋਲੀ ਵਿੱਚ ਪਾਉਂਦੇ ਹੋ, ਤਾਂ ਗੁਰੂ ਮਹਾਰਾਜ ਸਦਾ ਹੀ ਉਸ ਸਿੱਖ ਤੇ ਤਰੁੱਠਦੇ ਹਨ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਹਨ। ਸੋ ਆਓ, ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਦੀ ਵਿਚਾਰ, ਜੋ ਗੁਰੂ ਮਹਾਰਾਜ ਨੇ 22 ਪੌੜੀਆਂ ਦੀ ਵਿਚਾਰ ਆਪ ਜੀ ਨਾਲ ਸਾਂਝ ਕਰਵਾਈ ਹੈ। ਇਹ ਗੁਰੂ ਦਾ ਤਰਸ ਹੈ। ਆਓ ਅੱਜ 23ਵੀਂ ਪੌੜੀ ਦੀ ਵਿਚਾਰ ਅਸੀਂ ਸਾਂਝ ਕਰੀਏ। ਗੁਰੂ ਬਾਬਾ ਜੀ ਮਿਹਰ ਕਰਨ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਉਸ ਦੇ ਬੋਲੇ ਅਸੀਂ ਬੋਲਣਾ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਮਨ ਬਿਰਤੀਆਂ ਇਕਾਗਰ ਕਰੀਏ। ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਸ ਜਪਜੀ ਸਾਹਿਬ ਜੀ ਦੇ ਅੰਦਰ ਹਰ ਇੱਕ ਮਨੁੱਖ ਨੂੰ, ਕਿਉਂਕਿ ਇਹ ਬਾਣੀ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਹੈ, ਔਰ ਗੁਰੂ ਸਾਹਿਬ ਹਰ ਇੱਕ ਮਨੁੱਖ ਨੂੰ ਪਰਮਾਤਮਾ ਦੇ ਘਰ ਲਿਜਾਉਣ ਦੀ ਇੱਕ ਬੜੀ ਸਿੰਪਲ ਜੀ ਜੁਗਤੀ ਦੱਸਦੇ ਹਨ। ਉਹ ਵੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੈ ਪਾਲ। ਕਿਵੇਂ ਸਚਿਆਰ ਬਣਨਾ ਹੈ। ਗੁਰੂ ਸਾਹਿਬ ਨੇ ਇਸ ਪੰਕਤੀ ਦੇ ਆਧਾਰ ਤੇ ਜਪਜੀ ਸਾਹਿਬ ਜੀ ਦੇ ਪਾਠ, ਜਿਹਦੀ ਸਾਰੀ ਵਿਚਾਰ ਇਸ ਦੇ ਆਲੇ ਦੁਆਲੇ ਚਲਦੀ ਹੈ। ਔਰ ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਹਾਉ ਦੀ ਪੰਕਤੀ ਹੈ, ਉਹ ਸ੍ਰੀ ਜਪਜੀ ਸਾਹਿਬ ਹੈ। ਤੇ ਜਪਜੀ ਸਾਹਿਬ ਦਾ ਜੋ ਰਹਾਉ ਵਾਲੀ ਕਹਿ ਲਓ ਜਾਂ ਤਤ ਕਹਿ ਲਓ, ਉਹ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਤਨੇ ਵੀ ਸ਼ਬਦ ਆਪ ਜੀ ਦਰਸ਼ਨ ਕਰੋਗੇ, ਉਹਦੀ ਵਿਚਾਰਧਾਰਾ ਸਾਰੀ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਸੰਬੰਧਿਤ ਹੈ। ਕਿਉਂਕਿ ਰਹਾਉ ਵਾਲਾ ਜਿਹਦਾ ਸੈਂਟਰ ਆਈਡੀਆ ਹੈ, ਉਹ ਜਪਜੀ ਸਾਹਿਬ ਹੈ। ਭਾਵੇਂ ਜੋਗੀਆਂ ਦੀ ਗੱਲ ਹੋਵੇ, ਸਿੱਧਾਂ ਦੀ ਹੋਵੇ, ਸੁਣਨ ਦੀ ਗੱਲ ਹੋਵੇ, ਮੰਨਣ ਦੀ ਗੱਲ ਹੋਵੇ, ਤੀਰਥਾਂ ਦੀ ਗੱਲ ਹੋਵੇ, ਕਿਸੇ ਰੂਪ ਵਿੱਚ ਵੀ ਗੱਲ ਹੋਵੇ, ਹਰ ਇੱਕ ਸ਼ਬਦ ਦਾ ਅਰਥ ਉਸ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਸੰਬੰਧਿਤ ਹੈ। ਤੋ ਗੁਰੂ ਸਾਹਿਬ ਅੱਜ ਫਿਰ ਉਸ ਕੜੀ ਨੂੰ ਜੋੜਦੇ ਹੋਏ ਅੱਜ ਕੀ ਕਹਿ ਰਹੇ ਹਨ 23ਵੀਂ ਪੌੜੀ ਦੇ ਅੰਦਰ, ਸਾਲਾਹੀ ਸਾਲਾਹਾ
ਏਤੀ ਸੁਰਤ ਨਾ ਪਾਈਆਂ। ਉਸ ਪਰਮਾਤਮਾ ਦੇ ਪ੍ਰਤੀ ਇਹ ਸਾਲਾਹੀ ਅੱਖਰ ਆਇਆ ਹੈ। ਸਾਲਾਹੀ ਤੋਂ ਭਾਵ ਹੁੰਦਾ ਹੈ ਕਿ ਉਹ ਸਲਾਹਣਯੋਗ ਪਰਮਾਤਮਾ, ਰੱਬ, ਵਾਹਿਗੁਰੂ, ਗਾਡ ਕਹਿ ਲਓ, ਉਹ ਸਾਲਾਹੀ ਹੈ। ਤੇ ਸਲਾਹ ਜਿਸ ਦੀ ਸਿਫਤ ਕਰਨੀ ਹੈ, ਜਿਸ ਦੀ ਵਡਿਆਈ ਕਰਨੀ ਹੈ, ਮਹਾਰਾਜ ਕਹਿੰਦੇ ਨੇ ਉਸ ਸਲਾਹਣਯੋਗ ਪਰਮਾਤਮਾ ਦੀਆਂ ਸਿਫਤਾਂ ਕਰਿਆ ਕਰੋ ਭਾਈ। ਪਰ ਅੱਗੇ ਮਹਾਰਾਜ ਇੱਕ ਗੱਲ ਕਹਿੰਦੇ ਨੇ, ਏਤੀ ਸੁਰਤ ਨਾ ਪਾਈਆਂ। ਪਰ ਸਾਨੂੰ ਸੁਰਤ ਹੁੰਦਾ ਕਿ ਸਾਨੂੰ ਇਤਨੀ ਸੋਝੀ ਨਹੀਂ ਹੈ ਕਿ ਅਸੀਂ ਪਰਮਾਤਮਾ ਦਾ ਭੇਦ ਪਾ ਲਈਏ, ਭਾਵ ਕਿ ਪਰਮਾਤਮਾ ਦਾ ਅਸੀਂ ਅੰਤ ਪਾ ਲਈਏ। ਔਰ ਸਾਡਾ ਇਹ ਵਿਸ਼ਾ ਵੀ ਨਹੀਂ ਹੈ ਪਰਮਾਤਮਾ ਨੂੰ, ਜਿਸ ਤਰ੍ਹਾਂ ਅਸੀਂ ਪਿੱਛੇ ਵਿਚਾਰ ਕੇ ਆਏ ਹਾਂ ਕਿ ਸਾਡਾ ਇਹ ਵਿਸ਼ਾ ਹੀ ਨਹੀਂ ਹੈ ਕਿ ਅਸੀਂ ਪਰਮਾਤਮਾ ਨੂੰ ਪਾਈਏ, ਜਾਂ ਅਸੀਂ ਪਰਮਾਤਮਾ ਨੂੰ ਕਿਸੇ ਲੇਖੇ ਵਿੱਚ ਲਿਆ ਕੇ ਉਹਦੀ ਵਿਆਖਿਆ ਕਰਕੇ ਤੇ ਅਸੀਂ ਪਰਮਾਤਮਾ ਨੂੰ ਲੇਖ ਵਿੱਚ ਲਿਆਈਏ। ਮਹਾਰਾਜ ਅਸੀਂ ਪਿੱਛੇ ਪੜ੍ਹਿਆ, ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਜੇ ਕਿਸੇ ਚੀਜ਼ ਨੂੰ ਅਸੀਂ ਲੇਖੇ 'ਚ ਲੈ ਲਾਂਗੇ ਤੇ ਉਹਦਾ ਇੱਕ ਦਿਨ ਖਾਤਮਾ, ਖਤਮ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਅਸੀਂ ਸਾਰੇ ਲੇਖੇ ਵਿੱਚ ਹਾਂ। ਤੋ ਗੁਰੂ ਮਹਾਰਾਜ ਕਹਿੰਦੇ ਨੇ ਉਹਦੀਆਂ ਤੂੰ ਸਿਫਤਾਂ ਕਰ, ਤੂੰ ਉਹਦੇ ਵਿੱਚ ਅਭੇਦ ਹੋਣਾ ਹੈ, ਨਾ ਕਿ ਉਹਦਾ ਭੇਦ ਜਾਣਨਾ ਹੈ। ਬੜੀ ਵੱਡੀ ਗੱਲ ਹੈ। ਕਹਿੰਦੇ ਨੇ ਤੂੰ ਆਪਣੇ ਸਮੇਂ ਨੂੰ ਬੇਕਾਰ ਨਾ ਕਰ। ਬੜਿਆਂ ਨੇ ਸਮਾਂ ਲਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਇੱਕ ਸ਼ਬਦ ਵਿੱਚ ਕਹਿੰਦੇ ਆ ਨਾ, ਸੋਦਰ ਦੇ ਪਾਠ ਵਿੱਚ, ਸੁਨ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸਾਰੇ ਸੁਣਦੇ ਨੇ ਬਹੁਤ ਵੱਡਾ ਹੈ ਪਰਮਾਤਮਾ, ਬੜਾ ਵੱਡਾ ਹੈ, ਪਰ ਕਿਸੇ ਨੇ ਦੇਖਿਆ ਹੋਏ ਤਾਂ ਨਾ। ਇਹ ਤੇ ਸਿਰਫ ਅੰਦਾਜ਼ਾ ਲਾ ਰਹੇ ਹਾਂ। ਔਰ ਮੈਂ ਕਹਿੰਦਾ ਕਿ ਅਕਸ਼ਰ ਵੱਡਾ ਲਾਣਾ ਵੀ ਪਰਮਾਤਮਾ ਵਾਸਤੇ ਫਿਰ ਇੱਕ ਲਿਮਟ ਹੋ ਜਾਏਗੀ ਕਿ ਉਹ ਵੱਡਾ ਹੈ। ਮਹਾਰਾਜ ਕਹਿੰਦੇ ਨੇ ਸੁਨ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਟਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣ ਵਾਲੇ ਤੇਰੇ ਵਿੱਚ ਹੀ ਸਮਾ ਗਏ। ਤੂੰ ਕਿੰਨਾ ਵੱਡਾ ਹੈ, ਕੋਈ ਦੱਸ ਹੀ ਨਹੀਂ ਪਾਇਆ ਅੱਜ ਤੱਕ। ਜਿਨ੍ਹਾਂ ਨੇ ਦੱਸਣ ਦਾ ਯਤਨ ਕੀਤਾ ਹੈ ਸਾਧ ਸੰਗਤ, ਉਹ ਕੀ ਹੋਇਆ, ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਏ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਉਹ ਬੜਾ ਗੰਭੀਰ ਗਹਿਰ ਹੈ। ਗੁਣੀ ਗਹੀਰਾ, ਕਿੰਨੇ ਉਹਦੇ ਪਸਾਰੇ ਨੇ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਾਹੀ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਾਰੇ ਮਿਲ ਕੇ ਵੀ ਮਹਾਰਾਜ ਜੇ ਉਸ ਦੀ ਕੋਈ ਵਡਿਆਈ ਕਰਦਾ ਹੈ ਨਾ, ਮਹਾਰਾਜ ਕਹਿੰਦੇ ਨੇ ਸਮਝੋ ਕਿ ਤਿਲ ਜਿੰਨੀ ਵੀ ਕੋਈ ਵਡਿਆਈ ਨਹੀਂ ਕਰ ਪਾ ਰਿਹਾ। ਦੇਖੋ ਸਾਡੀ ਹਾਲਤ ਕੁਝ ਇਸ ਤਰ੍ਹਾਂ ਦੀ ਹੈ। ਮੈਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਪੜ੍ਹਨਾ ਤੇ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਅਸੀਂ ਕਿਸ ਤਰਫ ਜਾ ਰਹੇ ਹਾਂ। ਅਸੀਂ ਜੇ ਪਰਮਾਤਮਾ ਦੀ ਸਿਫਤ ਕਰਨੀ ਹੈ ਤੇ ਉਹ ਆਪਣੇ ਵਾਸਤੇ ਕਰਨੀ ਹੈ, ਪਰਮਾਤਮਾ ਨੂੰ ਲੋੜ ਨਹੀਂ ਹੈ। ਤੁਸੀਂ ਮਤ ਸੋਚੋ ਕਿ ਅਸੀਂ ਸਿਫਤ ਕਰਾਂਗੇ ਤੇ ਉਹਨੇ ਵੱਡਾ ਹੋਣਾ ਹੈ। ਇਹ ਤੇ ਮੈਂ ਆਪਣੇ ਬਚਾਅ ਵਾਸਤੇ ਕਰ ਰਿਹਾ। ਮੈਂ ਜਦ ਆਪਣੇ ਕਰਮਾਂ ਵੱਲ ਝਾਤੀ ਮਾਰਨਾ ਵਾ ਨਾ, ਮੈਨੂੰ ਡਰ ਆ ਜਾਂਦਾ ਹੈ। ਤਾਂ ਹੀ ਬੰਦਾ ਇਕੱਲਾ ਕਦੀ ਰਹਿੰਦਾ ਹੀ ਨਹੀਂ ਹੈ। ਕਿਸੇ ਨੂੰ ਕਹੋ ਨਾ ਤੂੰ ਇਕੱਲਾ ਰਹਿ ਜਾ 2-4 ਮਿੰਟ, ਅੱਧਾ ਘੰਟਾ, ਉਹ ਕਹਿੰਦਾ ਨਹੀਂ, ਮੈਨੂੰ ਸਾਥ ਚਾਹੀਦਾ ਹੈ। ਕਿਉਂ? ਕਿਉਂਕਿ ਜਦ ਇਕੱਲਾ ਹੁੰਦਾ ਹੈ, ਆਪਣੇ ਦੀ ਪੜਚੋਲ ਕਰਦਾ ਨਾ, ਤੇ ਡਰ ਜਾਂਦਾ ਹੈ। ਕਿਉਂਕਿ ਜਿਹੜੇ ਕਰਮ ਮਾੜੇ ਹੁੰਦੇ ਨੇ ਨਾ, ਉਹ ਤੰਗ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਮੇਰੀ ਹਾਲਤ ਪਤਾ ਕੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਏਤੇ ਕੂਕਰ ਹੋ ਬੇਗਾਨਾ, ਭੌਂਕਾ ਇਸ ਤਨ ਤਾਈ। ਕਹਿੰਦੇ ਜਿਸ ਤਰ੍ਹਾਂ ਇੱਕ ਬੇਗਾਨਾ ਕੁੱਤਾ ਨਾ ਕਿਸੇ ਦੂਜੇ ਮਹੱਲੇ ਵਿੱਚ ਚਲਾ ਜਾਏ ਨਾ,
ਇਤੇ ਕੂਕਰ ਹਉ ਬੇਗਾਨਾ। ਮੈਂ ਭਾਵ ਮੈਂ ਕੌਣ? ਭਾਵ ਮੇਰਾ ਮਨ ਇੱਕ ਬੇਗਾਨੇ ਸ਼ਹਿਰ ਵਿੱਚ, ਇਹ ਸਾਰਾ ਬੇਗਾਨਾ ਹੀ ਹੈ, ਇਹ ਜਗਤ ਸਾਰਾ ਬੇਗਾਨਾ ਹੈ। ਇਤੇ ਕੂਕਰ ਹੋਂ ਬੇਗਾਨਾ। ਜਿਸ ਤਰ੍ਹਾਂ ਇੱਕ ਕੁੱਤਾ ਦੂਜੇ ਮਹੱਲੇ ਵਿੱਚ ਜਾਂਦਾ ਨਾ ਤੇ ਉਹਨੂੰ 5 7 10 ਕੁੱਤੇ ਇੱਕਦਮ ਪੈ ਜਾਂਦੇ ਨੇ। ਭੌਂਕਾ ਇਸ ਤਨ ਤਾਈ। ਪਰ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਮੈਂ ਉਸ ਟਾਈਮ ਭੌਂਕ ਰਿਹਾ ਨਾ, ਮੈਂ ਉਹਨਾਂ ਨੂੰ ਮਾਰਨ ਵਾਸਤੇ ਨਹੀਂ ਕਰ ਰਿਹਾ, ਮੈਂ ਉਹਨਾਂ ਨੂੰ ਸਿਰਫ ਡਰਾ ਰਿਹਾ, ਮੈਂ ਆਪਣੇ ਬਚਾਅ ਵਾਸਤੇ ਕਰ ਰਿਹਾ। ਛੋਟੀਆਂ ਛੋਟੀਆਂ ਦੰਦੀਆਂ ਕੱਢ ਕੇ ਪੁੱਛਲ ਆਪਣੇ ਵਿੱਚ ਛੁਪਾ ਲੈਂਦਾ ਹੈ, ਕਿਉਂਕਿ ਉਹ ਬੇਗਾਨੀ ਜਗ੍ਹਾ ਗਿਆ ਹੈ ਤੇ ਉਹ ਡਰਦਾ ਪਿਆ ਹੈ। ਇਹ ਸੰਸਾਰ ਵੀ ਇੱਕ ਬੇਗਾਨਾ ਹੈ ਸਾਡੇ ਵਾਸਤੇ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਕੁੱਤੇ ਸਾਡੇ ਨਾਲ ਮਗਰ ਲੱਗੇ ਹੋਏ ਨੇ ਤੇ ਅਸੀਂ ਇਹਨਾਂ ਤੋਂ ਬਚਣਾ ਹੈ। ਇੱਥੇ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ। ਜੇ ਮੈਂ ਕਾਮ ਤੋਂ ਬਚਣਾ ਤੇ ਮੈਨੂੰ ਕ੍ਰੋਧ ਫੜ ਲੈਂਦਾ ਹੈ, ਕ੍ਰੋਧ ਤੋਂ ਬਚਣਾ ਤੇ ਮੈਨੂੰ ਲੋਭ ਆ ਕੇ ਢੇਰੀ ਮੈਨੂੰ ਕਰ ਦਿੰਦਾ ਹੈ। ਇਸੇ ਤਰ੍ਹਾਂ ਪੰਜ ਬਿਖਾਦੀ ਏਕ ਗਰੀਬਾ। ਉਹ 5 ਤੇ ਮੈਂ ਕੱਲਾ, ਔਰ ਕਿਸੇ ਬੇਗਾਨੇ ਸ਼ਹਿਰ ਵਿੱਚ ਮੈਂ ਗਿਆ ਵਾਂ, ਮੈਨੂੰ ਸਾਰੇ ਪੈ ਗਏ। ਜੇ ਮੈਂ ਭੌਂਕਣ ਲੱਗ ਪਵਾਂਗਾ, ਮੈਨੂੰ ਪਤਾ ਉਹ ਮੈਨੂੰ 1 ਮਿੰਟ 'ਚ ਫਾੜ ਦੇਣਗੇ, ਮਾਰ ਦੇਣਗੇ। ਤੇ ਉਹ ਕੁੱਤਿਆਂ ਦੇ ਪ੍ਰਤੀ ਆਪਣੇ ਮਨ ਨੂੰ ਸੰਬੋਧਿਤ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਮਨਾ ਇੱਕ ਬੇਗਾਨੇ ਸ਼ਹਿਰ ਵਿੱਚ ਜਾ ਕੇ 5 ਤੇਰੇ ਮਗਰ ਵਿਕਾਰ ਲੱਗੇ ਨੇ ਤੇ ਤੂੰ ਇਸ ਦਾ ਬਚਾਵ ਕਰ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਤੋ ਗੁਰੂ ਮਹਾਰਾਜ ਸਾਨੂੰ ਇਹ ਸਮਝਾਉਣਾ ਚਾਹ ਰਹੇ ਨੇ, ਅਸੀਂ ਜਿਹੜੇ ਉਹਦੇ ਗੁਣ ਗਾਉਣੇ ਨੇ, ਅਸੀਂ ਆਪਣਾ ਬਚਾਵ ਕਰਨਾ ਹੈ, ਅਸੀਂ ਰੱਬ ਦਾ ਭੇਦ ਨਹੀਂ ਪਾਉਣਾ ਭਾਈ। ਇਹ ਗੁਰੂ ਨਾਨਕ ਦੇ ਘਰ ਦੀ ਇੱਕ ਬੜੀ ਵੱਡੀ ਸਾਨੂੰ ਐਸੀ ਸਿੱਖਿਆ ਦਿੱਤੀ ਹੈ ਕਿ ਉਸ ਪਰਮਾਤਮਾ ਦਾ ਅਸੀਂ ਅੰਤ ਨਾ ਪਾਉਣ ਵਾਲੇ ਅਸੀਂ ਬੰਨੇ ਟੁਰੀਏ। ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆਂ। ਨਦੀਆਂ ਅਤੇ ਇੱਥੇ ਰੁਕ ਕੇ ਪੜ੍ਹਨ ਵਕਤ ਪਾਠ ਦਾ ਧਿਆਨ ਦੇਣਾ ਹੈ। ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ ਹੈ। ਪੜ੍ਹਨ ਵਕਤ ਅਗਰ ਅਸੀਂ ਇਸ ਤਰ੍ਹਾਂ ਧਿਆਨ ਦੇਵਾਂਗੇ, ਸਾਨੂੰ ਅਰਥ ਸਮਝਣ ਵਿੱਚ ਵੀ ਆਸਾਨ ਹੋਏਗਾ ਔਰ ਸਾਨੂੰ ਗੁਰਬਾਣੀ ਪੜ੍ਹਨ ਦਾ ਵੀ ਆਨੰਦ ਆ ਜਾਏਗਾ। ਮਹਾਰਾਜ ਕਹਿੰਦੇ ਨੇ ਨਦੀਆਂ ਅਤੇ ਵਾਹ ਹੁੰਦੇ ਨੇ ਵੈਣ, ਨਾਲੇ। ਪਵੇਂ ਸਮੁੰਦ, ਇਹ ਕਿੱਥੇ ਜਾਂਦੇ ਨੇ? ਇਹਨਾਂ ਦਾ ਮੂਲ ਕੀ ਹੈ? ਇਹ ਸਮੁੰਦਰ ਹੈ। ਇਸ ਐਕਚੁਅਲੀ ਕੀ ਹੈ, ਨਦੀਆਂ ਬੜੀ ਤੇਜ਼ ਚੱਲ ਰਹੀਆਂ ਹੁੰਦੀਆਂ ਨੇ, ਨਾਲੇ ਵੈਣ ਇਹ ਸਭ ਬੜੀ ਤੇਜ਼ੀ ਨਾਲ ਜਾ ਰਹੇ ਹੁੰਦੇ ਨੇ, ਕਿਉਂਕਿ ਆਪਣੇ ਮੂਲ ਤੋਂ ਵਿਛੜੇ ਹੋਏ ਨੇ। ਤੇ ਮਹਾਰਾਜ ਕਹਿੰਦੇ ਨੇ ਇਹ ਸਾਰੇ ਸਮੁੰਦ ਨਾ ਜਾਣੀਏ, ਭਾਵ ਕਿ ਜਦੋਂ ਨਦੀਆਂ ਦੇ ਨਾਲਿਆਂ ਦਾ ਜਿੰਨਾ ਜਲ ਹੈ, ਪਾਣੀ ਹੈ, ਗੰਦਾ ਵੇ ਜਾਂ ਚੰਗਾ ਜਿੰਨਾ ਵੀ ਹੈ, ਜਦ ਸਮੁੰਦਰ ਵਿੱਚ ਸਮਾ ਜਾਂਦਾ ਨਾ, ਫਿਰ ਉਹਨਾਂ ਦੀ ਕੋਈ ਪਹਿਚਾਣ ਨਹੀਂ ਆਪਣੀ ਰਹਿੰਦੀ। ਉਦਾਹਰਨ ਦੇ ਤੌਰ ਤੇ ਜੇ ਸਮੁੰਦਰ ਵਿੱਚੋਂ ਇੱਕ ਲੋਟਾ ਪਾਣੀ ਦਾ ਕੱਢ ਕੇ ਉਹੀਓ ਲੋਟਾ ਅਸੀਂ ਸਮੁੰਦਰ ਵਿੱਚ ਪਾ ਦਈਏ ਤੇ ਕੋਈ ਕਵੇ ਕਿ ਇਹੀ ਲੋਟਾ ਪਾਣੀ ਦਾ ਵਾਪਸ ਦੇ ਦਿਓ, ਅਸੀਂ ਨਹੀਂ ਦੇ ਸਕਾਂਗੇ, ਕਿਉਂਕਿ ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਅਸੀਂ ਵੀ ਨਦੀਆਂ ਤੇ ਨਾਲੇ ਹਾਂ ਸਾਰੇ। ਸਾਡਾ ਪਿਓ, ਸਾਡਾ ਰੱਬ ਸਮੁੰਦਰ ਹੈ। ਅਸੀਂ ਸਾਰੇ ਨਦੀਆਂ ਤੇ ਨਾਲੇ ਮਿਲਣਾ ਹੈ ਜਾ ਕੇ ਸਮੁੰਦਰ ਦੇ ਵਿੱਚ, ਕਿਉਂਕਿ ਅਸੀਂ ਜਨਮਾਂ ਦੇ ਵਿਛੜੇ ਹੋਏ ਹਾਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿਸੇ ਨਦੀ ਨੂੰ ਪੁੱਛਿਆ, ਤੂੰ ਬੜੀ ਕਾਲ ਮਚਾ ਰਹੀ ਹੈ, ਇੰਨੀ ਤੇਜ਼ੀ ਨਾਲ। ਦੇਖੋ ਕਿਸੇ ਜਗ੍ਹਾ ਪਾਣੀ ਡੈਮ ਤੇ ਰੋਕਿਆ ਹੋਵੇ ਨਾ, ਤੇ ਉਸ ਤੋਂ ਉੱਤੋਂ ਉਹਦਾ ਬਾਂਧ ਹਟਾਇਆ ਜਾਏ ਨਾ, ਤੇ ਉਹਦੀ ਸਪੀਡ ਵੱਧ ਜਾਂਦੀ ਹੈ। ਤੇ ਕਿਸੇ ਨੇ ਪੁੱਛਿਆ, ਪਾਣੀ ਤੂੰ ਇੰਨੀ ਤੇਜ਼ੀ ਨਾਲ ਜਾ ਰਹੀ ਹੈ, ਤੂੰ ਕੋਈ ਆਫਿਸ ਜਾਣਾ ਹੈ, ਕੋਈ ਫੈਕਟਰੀ ਖੋਲਣੀ ਹੈ, ਕੋਈ ਕੰਮ ਕਰਨਾ ਹੈ ਤੂੰ? ਕਹਿੰਦੀ ਨਹੀਂ, ਮੈਂ ਮੂਲ ਤੋਂ ਟੁੱਟੀ ਹਾਂ, ਮੂਲ ਦੇ ਵਿੱਚ ਸਮਾਣਾ ਹੈ।
ਜੇ ਸਿੱਖਾ ਤੈਨੂੰ ਕਿਸ ਦਿਨ ਇਸ ਗੱਲ ਦੀ ਤੈਨੂੰ ਸਮਝ ਆ ਗਈ ਕਿ ਅਸੀਂ ਪਰਮਾਤਮਾ ਤੋਂ ਟੁੱਟੇ ਹਾਂ ਤੇ ਸਾਡੇ ਕੋਲ ਸਮਾਂ ਘੱਟ ਹੈ ਔਰ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਤੇ ਫਿਰ ਗੱਲ ਹੀ ਬਣ ਜਾਏਗੀ। ਜਦੋਂ ਤੁਸੀਂ ਪਰਮਾਤਮਾ ਵਿੱਚ ਸਮਾ ਜਾਓਗੇ ਤੇ ਫਿਰ ਪਰਮਾਤਮਾ ਔਰ ਤੁਹਾਡੇ ਵਿੱਚ ਕੋਈ ਭੇਦ ਫਰਕ ਨਹੀਂ ਰਹੇਗਾ। ਤਾਂ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ, ਨਦੀਆਂ ਤੇ ਵਾਹ ਪਵੇਂ ਸਮੁੰਦ ਨਾ ਜਾਣੀਏ, ਉਹ ਨਹੀਂ ਜਾਣਦੀਆਂ। ਜਦੋਂ ਆਪਣੀ ਹੋਂਦ ਹੀ ਮਿਟ ਜਾਂਦੀ ਹੈ, ਅਸੀਂ ਹੋਂਦ ਹੀ ਤੇ ਮਿਟਾਣੀ ਹੈ, ਆਪਣੀ ਮੈਂ ਹੀ ਤੇ ਮਿਟਾਣੀ ਹੈ। ਜਦ ਤੱਕ ਮੈਂ ਵੇ ਅਸੀਂ ਤੂੰ ਦੇ ਵਿੱਚ ਤਬਦੀਲ ਨਹੀਂ ਹੋ ਸਕਦੇ। ਦੇਖੋ, ਜਦ ਕਿਸੇ ਦੇ ਵਿੱਚ ਤੂੰ ਨੂੰ ਅਪਣਾਉਣਾ ਹੈ ਤੇ ਮੈਂ ਨੂੰ ਕੱਢਣੀ ਪਏਗੀ। ਤੇ ਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਅਸੀਂ ਸਮੁੰਦਰ ਵਿੱਚ ਸਮਾਉਣ ਦਾ ਯਤਨ ਕਰਨਾ ਹੈ, ਪਰ ਸਮੁੰਦਰ ਦਾ ਅੰਤ ਨਹੀਂ ਪਾਉਣਾ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਮਾਰੇ ਕਹਿੰਦੇ ਨੇ ਕੋਈ ਧਨਾੜ ਹੋਵੇ, ਮਾਇਆ ਧਾਰੀ ਹੋਵੇ, ਸ਼ਾਹ ਹੋਵੇ। ਕਈ ਅਸੀਂ ਕਹਿੰਦੇ ਨਾ ਬੜੀ ਮਾਇਆ ਪੱਖੋਂ ਬੜਾ ਉੱਚਾ, ਜਿਹਦੇ ਕੋਲ ਬਹੁਤ ਮਾਇਆ ਹੁੰਦੀ, ਅਸੀਂ ਕਹਿੰਦੇ ਹਾਂ ਤੇ ਸ਼ਾਹ ਵੇ। ਕਹਿੰਦੇ ਨੇ ਉਹਦੇ ਕੋਲ ਸਮੁੰਦਰ ਦੇ ਜਿੰਨਾ ਨੀਰ ਹੈ, ਪਾਣੀ ਹੈ, ਉਹਨਾਂ ਭਾਵ ਇੱਕ ਸਿਰਫ ਇਹ ਸਮਝਾਉਣ ਦਾ ਮਹਾਰਾਜ ਦਾ ਢੰਗ ਹੈ ਕਿ ਇਤਨੀ ਮਾਇਆ ਹੋਵੇ ਕਿਸੇ ਕੋਲ। ਗਿਰਹਾ ਗਿਰ ਹੁੰਦਾ ਪਹਾੜ, ਗਿਰਹਾ ਪਹਾੜਾਂ ਜਿੰਨਾ ਧਨ ਹੋਵੇ, ਭਾਵ ਕਿ ਭੰਡਾਰ ਲੱਗੇ ਉਹਨਾਂ ਦੇ ਕੋਲ ਧਨ ਦੇ। ਇੱਕ ਮਾਇਆ ਧਾਰੀ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ। ਦੇਖੋ, ਅਸੀਂ ਜਦੋਂ ਮਾਇਆ ਦੀ ਗੱਲ ਆਉਂਦੀ ਹੈ ਨਾ, ਦੋ ਤਰ੍ਹਾਂ ਦੀ ਅਮੀਰੀ ਹੁੰਦੀ ਜੇ। ਮੈਂ ਕੱਲ ਸੋਚ ਰਿਹਾ ਸੀ, ਇੱਕ ਹੁੰਦੀ ਅੰਦਰ ਦੀ ਅਮੀਰੀ, ਧਿਆਨ ਦੇਣਾ, ਇੱਕ ਹੁੰਦੀ ਹੈ ਬਾਹਰ ਦੀ ਅਮੀਰੀ। ਬਾਹਰ ਦੀ ਅਮੀਰੀ ਤੁਹਾਨੂੰ ਬੜਿਆਂ ਦੀ ਮਿਲ ਜਾਏਗੀ, ਬੜਿਆਂ ਕੋਲ ਹੋਏਗੀ, ਬੜੇ ਬੜੇ ਬੰਦੇ ਤੁਹਾਨੂੰ ਕਰੋੜਾਂ ਅਰਬਾਂ ਪਤੀ ਮਿਲ ਜਾਣਗੇ ਔਰ ਵੇਖਣ ਵਿੱਚ ਵੀ ਮਿਲਦੇ ਨੇ। ਇੱਕ ਹੁੰਦੀ ਹੈ ਅੰਦਰ ਦੀ ਅਮੀਰੀ। ਬਾਹਰ ਦੀ ਅਮੀਰੀ ਉਹ ਜਿੰਨਾ ਮਰਜ਼ੀ ਵੀ ਅਮੀਰ ਹੋ ਜਾਏ, ਪਰ ਜੇ ਅੰਦਰ ਦੀ ਅਮੀਰੀ ਉਹਦੇ ਕੋਲ ਨਹੀਂ ਹੈ ਤੇ ਸਮਝ ਲਓ ਉਹਦੀ ਮਾਇਆ ਉਹਦੇ ਵਾਸਤੇ ਦੁਖਦਾਈ ਹੈ। ਫਿਰ ਧਿਆਨ ਦੇਣਾ, ਜਿਹਦੇ ਪ੍ਰਤੀ ਮਹਾਰਾਜ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਮਾਇਆ ਧਾਰੀ ਅਤ ਅੰਨਾ ਬੋਲਾ, ਜਿਹੜਾ ਮਾਇਆ ਧਾਰੀ ਹੈ ਨਾ, ਅਤ ਦਾ ਅੰਨਾ, ਕਿਉਂਕਿ ਉਹਨੂੰ ਕਿਸੇ ਚੀਜ਼ ਨੂੰ ਦਿਖਾਈ ਨਹੀਂ ਦਿੰਦੀ। ਉਹਨੂੰ ਕੋਈ ਛੋਟਾ ਬੰਦਾ, ਕਿਉਂਕਿ ਉਹਦਾ ਜਿਹੜਾ ਪਰਦਾ ਹੈ ਮਾਇਆ ਦਾ, ਉਹਦੇ ਅੱਖਾਂ ਤੇ ਪੈ ਜਾਂਦਾ ਹੈ, ਅੰਨਾ ਬੋਲਾ ਵੀ ਹੋ ਜਾਂਦਾ ਹੈ। ਤੇ ਸ਼ਬਦ ਨਾ ਸੁਣੀ, ਗੁਰੂ ਦਾ ਸ਼ਬਦ ਨਹੀਂ ਸੁਣਦਾ, ਉਹ ਰੋਲ ਕਚੋਲਾ, ਉਹ ਰੋਲ ਕਚੋਲਿਆਂ ਵਿੱਚ ਇਹਨੇ ਪਚੜਿਆਂ ਵਿੱਚ ਪਿਆ ਹੁੰਦਾ ਹੈ ਕਿ ਉਹਨੂੰ ਮਹਾਰਾਜ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ। ਪਰ ਮੈਂ ਇੱਥੇ ਇੱਕ ਗੱਲ ਕਵਾਂਗਾ, ਗੁਰੂ ਇਹ ਨਾ ਸਮਝੋ ਕਿ ਜਿਹਦੇ ਕੋਲ ਮਾਇਆ ਹੈ ਗੁਰੂ ਸਾਹਿਬ ਉਹਨੂੰ ਮਾੜਾ ਕਹਿ ਰਹੇ ਨੇ। ਬੜੀ ਧਿਆਨ ਨਾਲ ਇਹ ਗੱਲ ਸੁਣਨਾ ਕਿ ਮਾਇਆ ਧਾਰੀ ਨਾਲ ਮਹਾਰਾਜ ਨਫ਼ਰਤ ਕਰਦੇ ਨੇ, ਉਹਨੂੰ ਪ੍ਰਵਾਨ ਨਹੀਂ ਕਰਦੇ। ਨਹੀਂ ਨਹੀਂ, ਐਸੀ ਗੱਲ ਨਹੀਂ ਹੈ। ਫਿਰ ਸੁਣਨਾ, ਮਾਇਆ ਹੋਣੀ ਮਾੜੀ ਨਹੀਂ ਕਹਿ ਰਹੇ ਮਹਾਰਾਜ। ਦੇਖੋ, ਜੇ ਮੇਰੇ ਕੋਲ ਮਾਇਆ ਹੈ, ਉਸ ਮਾਇਆ ਦਾ, ਮਾਇਆ ਚੰਗੀ ਹੈ, ਹੋਣੀ ਚਾਹੀਦੀ ਹੈ। ਮਾਇਆ ਦਾ ਅਹੰਕਾਰ ਹੋ ਜਾਣਾ, ਅਹੰਕਾਰ ਮਾਇਆ ਹੈ, ਮਾਇਆ ਅਹੰਕਾਰ ਨਹੀਂ ਹੈ। ਦੇਖੋ, ਇੱਕ ਡਾਕਟਰ ਹੈ, ਉਹਨੇ ਪੜ੍ਹਾਈ ਕਰਕੇ ਡਾਕਟਰੀ ਕੀਤੀ ਹੈ, ਡਾਕਟਰੀ ਮਾਇਆ ਨਹੀਂ ਹੈ। ਡਾਕਟਰੀ ਦਾ ਅਹੰਕਾਰ ਹੋ ਜਾਣਾ, ਉਹ ਮਾਇਆ ਜੇ। ਫਿਰ ਦੇਖੋ ਧਿਆਨ ਨਾਲ, ਕੋਈ ਟੀਚਰ ਹੈ, ਬੜਾ ਅੱਛਾ ਟੀਚਰ ਹੈ, ਪੜ੍ਹਾਉਂਦਾ ਹੈ, ਟੀਚਰ ਮਾਇਆ ਨਹੀਂ ਹੈ, ਉਹਦੀ ਸਟੱਡੀ ਮਾਇਆ ਨਹੀਂ ਜੇ। ਪਰ ਉਹਨੂੰ ਟੀਚਰ ਹੋਣ ਦਾ ਮਾਣ ਹੋ ਜਾਏ, ਉਹ ਮਾਇਆ ਜੇ। ਤੇ ਜੇ ਮਾਇਆ ਹੈ ਸਾਡੇ ਕੋਲ, ਤੇ ਮਾਇਆ ਮਾਰੇ ਕਹਿੰਦੇ ਨੇ ਅੱਛੀ ਗੱਲ ਹੋਣੀ ਚਾਹੀਦੀ ਹੈ, ਪਰ ਜੇ ਮਾਇਆ ਉਹੀ ਮਾਇਆ ਹੰਕਾਰ ਬਣ ਗਈ, ਉਹ ਮਾਇਆ ਹੈ। ਕਈ ਵਾਰੀ ਬੰਦਾ ਮਾਇਆ ਦਾ ਤਿਆਗ ਕਰ ਦਿੰਦਾ ਹੈ, ਉਹ ਤਿਆਗ ਦਾ ਵੀ ਹੰਕਾਰ ਹੋਣਾ, ਉਹ ਵੀ ਮਾਇਆ ਹੈ। ਕਬੀਰ ਮਾਇਆ ਤਜੀ ਤੋ ਕਿਆ ਭਇਆ,
ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨੀਵਰ ਗਲੇ ਮਾਨ ਸਭੇ ਕੋ ਖਾਏ। ਵੱਡੇ ਵੱਡੇ ਮੁਨੀ ਉਹਨਾਂ ਦੇ ਵੱਡਿਆਂ ਨੂੰ ਵੀ ਖਾ ਗਏ ਮਾਨ। ਹਾਲਾਂਕਿ ਉਹਨਾਂ ਨੇ ਤਿਆਗ ਦਿੱਤਾ ਦੁਨੀਆ ਨੂੰ ਸਭ ਕੁਝ, ਤਿਆਗ ਵੀ ਇੱਕ ਮਾਇਆ ਬਣ ਗਈ। ਫਿਰ ਧਿਆਨ ਦੇਣਾ, ਮਾਇਆ ਨੂੰ ਮਹਾਰਾਜ ਮਾੜਾ ਨਹੀਂ ਕਹਿ ਰਹੇ, ਮਾਇਆ ਦਾ ਅਹੰਕਾਰ ਹੋਣਾ ਮਹਾਰਾਜ ਮਾੜਾ ਕਹਿ ਰਹੇ ਨੇ। ਦੇਖੋ ਮਾਇਆ ਦੀ ਡੈਫੀਨੇਸ਼ਨ ਕੀ ਹੈ? ਉਹ ਚੀਜ਼ ਹਰ ਸ਼ੈ ਮਾਇਆ ਹੈ। ਜੇ ਖਾਲੀ ਕਰੰਸੀ ਨੂੰ ਮਾਇਆ ਨਾ ਸਮਝੋ। ਇਹ ਮਾਇਆ ਗੁਰੂ ਅਮਰਦਾਸ ਜੀ ਉਹਨੇ ਪੜ੍ਹਿਆ ਨਾ, ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਜੇ ਪੁੱਤਰ ਦਿੱਤਾ ਰੱਬ ਨੇ ਤੇ ਅਸੀਂ ਪੁੱਤਰ ਨਾਲ ਹੀ ਚਮੜ ਗਏ ਆ, ਉਹ ਮਾਇਆ ਹੈ। ਪੁੱਤਰ ਮਾਇਆ ਨਹੀਂ ਹੈ, ਪੁੱਤਰ ਦਾ ਮੋਹ ਮਾਇਆ ਹੈ। ਜਿਹੜਾ ਮੋਹ ਪੈ ਗਿਆ ਸਾਨੂੰ, ਉਹ ਮਾਇਆ ਹੈ। ਮਕਾਨ ਦਿੱਤਾ, ਅਸੀਂ ਰੱਬ ਨੂੰ ਵਿਸਰ ਗਏ, ਔਰ ਮਕਾਨ ਮਾਇਆ ਬਣ ਗਈ। ਜੇ ਅਸੀਂ ਕ੍ਰੋਧ ਕਰਨੇ ਆ, ਕ੍ਰੋਧ ਮਾਇਆ ਨਹੀਂ, ਕ੍ਰੋਧ ਹਰ ਗੱਲ ਤੇ ਕ੍ਰੋਧ ਕਰਨਾ ਉਹ ਮਾਇਆ ਬਣ ਜਾਂਦੀ ਹੈ। ਤਾਂ ਗੁਰੂ ਸਾਹਿਬ ਸਾਨੂੰ ਕੁਝ ਇਸ ਤਰ੍ਹਾਂ ਦਾ ਇੱਕ ਸਮਝਾਉਣਾ ਚਾਹ ਰਹੇ ਨੇ। ਕਈ ਵਾਰੀ ਬੰਦਾ ਸੋਚਦਾ ਗੁਰੂ ਸਾਹਿਬ ਨਾ ਮਾਇਆ ਵਾਲਿਆਂ ਨੂੰ, ਜਿਸ ਤਰ੍ਹਾਂ ਮਾਰੇ ਕਹਿੰਦੇ ਨੇ ਮਾਇਆ ਕਾਰਨ ਧਾਵੀ ਮੂਰਖ ਲੋਕ ਅਜਾਨ। ਮਾਇਆ ਤੋਂ ਭਾਵ ਜਿਹਨੇ ਮਾਇਆ ਨੂੰ ਧਾਰ ਲਿਆ, ਮਾਇਆ ਧਾਰੀ ਕਿਹਾ ਇੱਥੇ। ਅਸੀਂ ਧਾਰਨੀ ਨਹੀਂ ਹੈ, ਅਸੀਂ ਮਾਇਆ ਨੂੰ ਇੱਕ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਮਾਇਆ ਗੁਜ਼ਰਾਨ, ਅਸੀਂ ਮਾਇਆ ਨੂੰ ਗੁਜ਼ਰਾਨ ਤੱਕ ਰੱਖਣਾ ਹੈ। ਇਹ ਸਾਡੀ ਲੋੜਾਂ ਪੂਰੀਆਂ ਕਰਦੀ ਏ, ਪਰ ਉਸ ਮਾਇਆ ਦਾ ਹੰਕਾਰ ਹੋਣਾ ਉਹ ਮਾਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜੇ ਤੇਰੇ ਕੋਲ ਪਹਾੜਾਂ ਜਿੰਨਾ ਧਨ ਹੋਵੇ, ਦੇਖੋ ਹੁਣ ਕਈਆਂ ਕੋਲ ਧਨ ਸੀ, ਪਿੱਛੇ ਕਰੋਨਾ ਕਾਲ ਦੇ ਅੰਦਰ ਉਹਨਾਂ ਨੇ ਐਸੇ ਵੀ ਸਨ ਜਿਨ੍ਹਾਂ ਨੇ ਲੰਗਰ ਵੀ ਲਾ ਦਿੱਤੇ ਆਪਣੇ ਘਰੋਂ ਮਾਇਆ ਦੇ, ਉਹਨਾਂ ਦੀ ਅੰਦਰ ਦੀ ਅਮੀਰੀ ਸੀ ਨਾ। ਤੇ ਕਈ ਐਸੇ ਵੀ ਨੇ ਜਿਨ੍ਹਾਂ ਕੋਲ ਧਨ ਹੁੰਦਿਆਂ ਉਹਨਾਂ ਨੇ ਉਹਦੀ ਵਰਤੋਂ ਨਹੀਂ ਕੀਤੀ, ਉਹ ਮਾਇਆ ਹੈ। ਉਹ ਮਾਇਆ ਦਾ ਹੰਕਾਰ ਹੋ ਜਾਂਦਾ ਹੈ, ਅਕਸਰ ਹੋ ਜਾਂਦਾ ਹੈ। ਕੋਈ ਬੰਦਾ ਬਿਮਾਰ ਹੈ, ਤੁਹਾਡਾ ਰਿਸ਼ਤੇਦਾਰ, ਤੁਸੀਂ ਵੇਖਣ ਜਾਂਦੇ ਹੋ। ਹੁਣ ਬੜੇ ਰਿਸ਼ਤੇਦਾਰ ਹੋਣਗੇ, ਅਮੀਰ ਵੀ ਬੜੇ ਹੋਣਗੇ। ਕੋਈ ਗਰੀਬ ਰਿਸ਼ਤੇਦਾਰ ਬਿਮਾਰ ਹੋ ਗਿਆ, ਉਹਨੂੰ ਵੇਖਣ ਆਏ, ਉਹਨੂੰ ਪਤਾ ਇੱਥੇ ਕੁਝ ਹੁਣ ਦੇਣਾ ਪੈਣਾ। ਉਹ ਬੈਠਦਿਆਂ ਹੀ ਗੱਲਾਂ ਇਹੋ ਜਿਹੀਆਂ ਕਰੇਗਾ ਕਿ ਅੱਜ ਕੱਲ੍ਹ ਕੰਮ ਹੀ ਨਹੀਂ ਹੈ, ਘਾਟੇ ਪੈ ਗਏ ਨੇ। ਉਹ ਦਰਅਸਲ ਪਤਾ ਕਰਨ ਨਹੀਂ ਆਇਆ, ਉਹ ਇਹ ਦੱਸਣ ਆਇਆ ਕਿ ਕਿੱਥੇ ਮੇਰੇ ਕੋਲ ਮਾਇਆ ਹੀ ਨਾ ਮੰਗ ਲੈ। ਪਰ ਇੱਕ ਅੰਦਰ ਦੀ ਜਿਹਦੀ ਅਮੀਰੀ ਹੈ ਪੂਰਾ ਸੂਰਾ ਹੈ, ਉਹ ਤੁਹਾਡਾ ਮਿੱਤਰ ਹੈ, ਸੱਚਾ ਮਿੱਤਰ ਹੈ। ਉਹ ਤੁਹਾਨੂੰ ਮਿਲਣ ਆਇਆ, ਉਹਦੇ ਕੋਲ ਕੁਝ ਵੀ ਨਹੀਂ ਹੈ। ਉਹ ਕਹਿੰਦਾ ਘਬਰਾ ਨਾ, ਤੂੰ ਹਸਪੀਟਲ ਵਿੱਚ, ਤੇਰੇ ਘਰ ਦੇ ਬੱਚੇ ਨੇ ਨਾ ਜਿਹੜੇ ਛੋਟੇ ਛੋਟੇ, ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਮੈਂ ਕਰ ਲਾਂਗਾ। ਹਾਲੇ ਕੋਲ ਉਹਦੇ ਕੋਲ ਹੈ ਕੁਝ ਨਹੀਂ, ਕਿਉਂਕਿ ਉਹਦੇ ਅੰਦਰ ਦੀ ਅਮੀਰੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਮਾਇਆ ਨਹੀਂ ਹੈ। ਮਾਇਆ ਉਹ ਵੇ ਜਿਹੜੀ ਮਾਇਆ ਹੁੰਦੀ ਉਹਦੀ ਵਰਤੋਂ ਨਾ ਸਹੀ ਕਰੀਏ ਅਸੀਂ। ਮਾਇਆ ਕਦੀ ਮਾੜੀ ਨਹੀਂ ਹੁੰਦੀ। ਦੇਖੋ ਇੱਕ ਪਰਮਾਤਮਾ ਆਪ ਹੈ, ਇੱਕ ਪਰਮਾਤਮਾ ਨੇ ਬਣਾਈ ਕਿੰਨੇ ਮਾਇਆ? ਪਰਮਾਤਮਾ ਨੇ। ਜੇ ਅਸੀਂ ਉਸੇ ਮਾਇਆ ਦਾ ਆਨੰਦ ਵੀ ਲੈ ਸਕਨੇ ਆ, ਅਸੀਂ ਤਾਂ ਹੀ ਮਹਾਰਾਜ ਨੇ ਸਾਨੂੰ ਵੰਡ ਛਕਣ ਦੀ ਜਿਹੜੀ ਗੱਲ ਕਹੀ ਹੈ ਨਾ, ਜੇ ਤੁਸੀਂ ਕਿਰਤ ਕਰਕੇ ਆਪਣੀ 10 ਨੂੰਆਂ ਦੀ ਕਮਾਈ ਵਿੱਚੋਂ ਦਸਵੰਧ ਕੱਢਦੇ ਹੋ, ਉਹ ਮਾਇਆ ਨਹੀਂ ਜੇ। ਫਿਰ ਉਹ ਫਿਰ ਇੱਕ ਤੁਹਾਨੂੰ ਸੁਖੈਨ ਜੀਵਨ ਦੇਗੀ। ਤੇ ਜੇ ਉਸੇ ਮਾਇਆ ਨੂੰ ਭੈੜੇ ਕੰਮਾਂ ਤੋਂ ਵਰਤਾਂਗੇ, ਭੈੜੀ ਜਗ੍ਹਾ ਤੋਂ ਅਸੀਂ ਕਮਾ ਕੇ ਲਿਆਵਾਂਗੇ, ਉਹ ਫਿਰ ਮਾਇਆ ਹੈ। ਉਹ ਫਿਰ ਸਾਨੂੰ ਤੰਗ ਵੀ ਬੜੀ ਕਰੇਗੀ। ਤਾਂ ਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਜਿਹਦੇ ਅੰਦਰ ਗਰੀਬੀ ਹੋਵੇ, ਉਹ ਦਰਅਸਲ ਇਸ ਸੰਸਾਰ ਦੇ ਵਿੱਚ ਉਹਦਾ ਆਇਆ ਸਫਲਾ ਹੈ। ਤਾਂ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕਿਸੇ ਕੋਲ ਇੰਨਾ ਧਨ ਹੋਵੇ, ਪਹਾੜਾਂ ਜਿੰਨਾ ਧਨ ਹੋਵੇ ਔਰ ਸ਼ਾਹ ਹੋਵੇ, ਪਰ ਮਹਾਰਾਜ ਕਹਿੰਦੇ ਨੇ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰੈ। ਪਰ ਇੱਕ ਉਹ ਕੀੜੀ, ਦੇਖੋ ਹੁਣ ਕੀੜੀ ਕਿੰਨਾ ਛੋਟਾ ਜਿਹਾ ਇੱਕ ਜੀਵ ਹੈ ਕੀੜੀ, ਉਹਦਾ ਮੁਕਾਬਲਾ ਕੀੜੀ ਦੇ ਨਾਲ ਮਹਾਰਾਜ ਕਹਿੰਦੇ ਨੇ ਜੇ ਉਹ ਨਿਮਾਣਾ ਜਿਹਾ ਵੀ ਕੋਈ ਹੈ ਸੰਸਾਰ ਦੇ ਅੰਦਰ, ਜਿਹਨੂੰ ਰੱਬ ਨਹੀਂ ਵਿਸਰਦਾ,
ਉਹਦਾ ਮੁਕਾਬਲਾ ਵੱਡੇ ਵੱਡੇ ਧਨਾੜ ਵੀ ਨਹੀਂ ਕਰ ਸਕਦੇ। ਕਿਤਨੀ ਨਿਮਰਤਾ ਵਾਲੇ ਨੂੰ ਕੀੜੀ ਇੱਕ ਨਿਮਰਤਾ ਦੀ ਇੱਕ ਨਿਸ਼ਾਨੀ ਹੈ, ਇੱਕ ਸਿੰਬੋਲਕ ਹੈ। ਮੈਂ ਪਿਛਲੀ ਵਾਰੀ ਵੀ ਇੱਕ ਵਾਰੀ ਕਿਹਾ ਸੀ, ਅਸੀਂ ਇੱਥੋਂ ਦੀ ਜੈਪੁਰ ਜਾਣਾ ਹੈ ਤੇ ਜੈਪੁਰ ਲਿਖਿਆ ਕਿ ਇੱਥੋਂ ਦੀ ਜਾ ਰਹੇ ਹਾਂ 700 ਕਿਲੋਮੀਟਰ ਹੈ, ਇੱਕ ਐਰੋ ਬਣਿਆ ਤੇ ਅਸੀਂ ਐਰੋ ਨੂੰ ਫੜ ਲਈਏ ਤੇ ਜੈਪੁਰ ਨਹੀਂ ਜਾ ਸਕਦੇ। ਐਰੋ ਇੱਕ ਸਿੰਬੋਲਿਕ ਹੈ ਕਿ ਬਈ ਇਹ ਰੋਡ ਜੈਪੁਰ ਜਾ ਰਹੀ ਹੈ, ਪਰ ਅਸੀਂ ਹੋਇਆ ਕਿ ਅਸੀਂ ਐਰੋ ਨੂੰ ਫੜ ਲਿਆ। ਤਾਂ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਭਾਈ, ਉਹ ਕੀੜੀ ਇੱਕ ਸਿੰਬੋਲਕ ਹੈ। ਬਈ ਮਹਾਰਾਜ ਕਹਿੰਦੇ ਨੇ ਕੀੜੀ ਦਾ ਵੀ ਕੋਈ ਮੁਕਾਬਲਾ, ਭਾਵ ਇੱਕ ਨਿਮਾਣਾ ਜਿਹਾ ਜਿਹਦੇ ਕੋਲ ਸੰਸਾਰ ਵਿੱਚ ਕੁਝ ਵੀ ਨਹੀਂ ਹੈ। ਇੱਕ ਸ਼ਬਦ ਆਉਂਦਾ ਨਾ, ਅਸੀਂ ਪੜ੍ਹਨੇ ਆ, ਬਸਤਾ ਟੂਟੀ ਝੋਂਪੜੀ ਚੀਰ ਸਭ ਛੀਨਾ। ਮਹਾਰਾਜ ਇੱਕ ਗਰੀਬ ਮਾਲੀ ਹਾਲਤ ਜਿਹਦੀ ਕਮਜ਼ੋਰ ਹੈ ਤੇ ਉਹਦੇ ਬਾਰੇ ਦੱਸਦੇ ਨੇ। ਦੇਖੋ ਗੁਰੂ ਨੂੰ ਗਰੀਬ ਨਵਾਜ਼ ਵੀ ਕਿਹਾ, ਗਰੀਬਾਂ ਨੂੰ ਨਿਵਾਜਣ ਵਾਲਾ। ਪਰ ਇਹ ਨਾ ਸੋਚੇ ਕਿ ਜਿਹਦੇ ਕੋਲ ਮਾਇਆ ਨਹੀਂ ਤੇ ਗੁਰੂ ਉਹਨੂੰ ਨਿਵਾਜਦਾ, ਉਹ ਗਰੀਬ ਨਹੀਂ। ਜਿਹਦੇ ਮਨ ਦੇ ਅੰਦਰ ਗਰੀਬੀ ਹੈ, ਨਾਮ ਦੀ ਅਮੀਰੀ ਹੈ। ਇਹ ਨਹੀਂ ਕੋਈ ਦਰਮਿਆਨਾ ਬੰਦਾ ਵੀ ਹੁੰਦਾ ਨਾ, ਜੇ ਉਹਨੂੰ ਵੀ ਹੰਕਾਰ ਹੈ ਤੇ ਫਿਰ ਉਹ ਗਰੀਬ ਨਹੀਂ ਮੰਨਿਆ ਜਾਂਦਾ। ਤੇ ਕਈ ਵਾਰੀ ਇੰਨੇ ਨੇ ਮਾਇਆ ਧਾਰੀ ਵੀ, ਉਹ ਅੱਤ ਦੀ ਅੰਦਰ ਗਰੀਬ ਵੀ ਹੁੰਦੀ ਹੈ, ਨਿਮਰਤਾ ਹੁੰਦੀ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਬਸਤਾ ਟੂਟੀ ਝੋਂਪੜੀ ਚੀਰ ਸਭ ਛਿੰਨਾ। ਕੋਈ ਬੰਦਾ ਐਸਾ ਹੋਵੇ ਜਿਹਦੀ ਟੁੱਟੀ ਜੀ ਝੋਂਪੜੀ ਵਿੱਚ ਰਹਿੰਦਾ ਹੋਵੇ, ਕੱਪੜੇ ਵੀ ਪਾਟੇ ਹੋਣ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਹਦੀ ਕੋਈ ਉੱਚੀ ਜਾਤ ਵੀ ਨਹੀਂ। ਖੈਰ ਗੁਰਮਤਿ ਜਾਤ ਪਾਤ ਨਹੀਂ ਮੰਨਦੀ। ਚਲੋ ਉਸ ਵੇਲੇ ਦੇ ਬ੍ਰਾਹਮਣ ਲੋਕ ਚਾਰ ਵੰਡ ਕੀਤੀਆਂ ਸਨ, ਬਈ ਇਹ ਸ਼ੂਦਰ ਵੈਸੇ ਬ੍ਰਾਹਮਣ ਹੈ ਖੱਤਰੀ ਹੈ। ਮਾਰੇ ਕਹਿੰਦੇ ਨੇ ਚਲੋ ਦੁਨਿਆਵੀ ਲੋਕਾਂ ਦੇ ਹਿਸਾਬ ਨਾਲ ਜਾਤ ਨਾ ਪਤ, ਉਹਦੀ ਇੱਜ਼ਤ ਵੀ ਨਹੀਂ, ਨਾ ਆਦਰੋ ਨਾ ਆਦਰ ਵੀ ਨਹੀਂ ਹੈ। ਉਦਿਆਨ ਪਰ ਮਹੀਨਾ, ਉਹ ਇੱਕ ਜੰਗਲ ਬੀਆਬਾਨ ਜੰਗਲ ਵਿੱਚ ਇਕੱਲਾ ਹੀ ਹੈ। ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਖ ਨਾ ਸਿੰਨਾ, ਕੋਈ ਉਹਦਾ ਮਿੱਤਰ ਵੀ ਨਹੀਂ ਹੈ, ਕੋਈ ਬਾਤਾ ਧਨ ਵੀ ਨਹੀਂ ਉਹਦੇ ਕੋਲ, ਉਹਦਾ ਰੂਪ ਵੀ ਨਹੀਂ ਹੈ। ਕਿਛ ਸਾਖ ਨਾ ਸਿੰਨਾ, ਕੋਈ ਉਹਦੇ ਰਿਸ਼ਤੇਦਾਰ ਵੀ ਨਹੀਂ ਹੈ। ਤੇ ਮਹਾਰਾਜ ਉਹ ਫਿਰ ਕੀ ਕਰੇਗਾ? ਮਾਰੇ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਮੇਰੀ ਨਜ਼ਰਾਂ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਹਰ ਨਾਮ ਮਨ ਭਿੰਨਾ, ਜਿਹਦੇ ਹਿਰਦੇ ਦੇ ਵਿੱਚ ਨਾਮ ਹੈ। ਉਹਨੇ ਪੜ੍ਹਨੇ ਆ ਨਾ ਸੁਖਮਨੀ ਸਾਹਿਬ, ਰਾਮ ਨਾਮ ਜੋ ਕਰੇ ਵਿਚਾਰ। ਮਹਾਰਾਜ ਮਾਇਆ ਵਾਲੇ ਨੂੰ ਤੁਸੀਂ ਧਨਵਾਨ ਕਹਿ ਰਹੇ ਹੋ? ਕਹਿੰਦੇ ਨਹੀਂ, ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ। ਉਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਜਿਹਦੇ ਪੱਲੇ ਧਨ ਨਾਮ ਹੈ। ਔਰ ਮਹਾਰਾਜ ਨੇ ਇੱਥੋਂ ਤੱਕ ਕਿਹਾ, ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੁਪ੍ਰਸੰਨਾ। ਕਹਿੰਦੇ ਨੇ ਉਸ ਬੰਦੇ ਦੀ ਜਿਹਦੇ ਹਿਰਦੇ ਦੇ ਵਿੱਚ ਨਾਮ ਹੈ, ਭਾਵੇਂ ਉਹਦੇ ਕੋਲ ਦੁਨੀਆ ਦੀ ਬਾਹਰਲੀਆਂ ਚੀਜ਼ਾਂ ਕੁਝ ਵੀ ਨਹੀਂ ਨੇ, ਜੇ ਹਿਰਦੇ ਵਿੱਚ ਨਾਮ ਹੈ ਨਾ, ਮੇਰਾ ਚਿੱਤ ਕਰਦਾ ਮੈਂ ਉਸ ਦੀ ਚਰਨ ਧੂੜੀ ਲੈ ਲਵਾਂ। ਤੇ ਗੁਰੂ ਪ੍ਰਸੰਨ ਹੋ ਜਾਂਦਾ ਉਹਦੇ ਉੱਤੇ, ਪਰਮਾਤਮਾ ਪ੍ਰਸੰਨ ਹੁੰਦਾ ਹੈ ਜਿਹਦੇ ਪੱਲੇ ਨਾਮ ਹੈ। ਤਾਂ ਨਾਮ ਦੀ ਮਹਿਮਾ ਹੈ। ਦੇਖੋ ਭਾਈ ਮਰਦਾਨਾ ਜੀ ਕੀ ਸਨ? ਕੋਈ ਬਾਤੇ ਸੌਖੇ ਸਨ? ਨਹੀਂ। ਇਹ ਭੰਡ ਹੁੰਦੇ ਨਾ, ਭੰਡ ਮਰਾਸੀ। ਗੁਰੂ ਸਾਹਿਬ ਨੇ ਦੇਖੋ ਕੁਛ ਵੀ ਨਹੀਂ ਸੀ ਭਾਈ ਮਰਦਾਨਾ ਜੀ ਕੋਲ, ਪਰ ਪਿਆਰ ਕੀਤਾ ਹੈ। ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਤੁਸੀਂ ਇੰਨਾ ਸਮਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਦਿੱਤਾ ਹੋਣਾ ਜਿੰਨਾ ਸਮਾਂ ਤੁਸੀਂ ਭਾਈ ਮਰਦਾਨੇ ਨੂੰ ਦਿੱਤਾ ਹੈ। 54 ਸਾਲ ਆਪਣੇ ਘਰਦਿਆਂ ਨੂੰ ਨਹੀਂ ਦਿੱਤਾ, ਮਾਤਾ ਪਿਤਾ ਨੂੰ ਨਹੀਂ ਦਿੱਤਾ। ਇਹ ਕੀ ਹੈ? ਜਿਹਦੇ ਅੰਦਰ ਨਾਮ ਹੈ, ਗੁਰੂ ਉਹਦੇ ਨਾਲ ਰਹਿੰਦਾ ਹੈ। 54 ਸਾਲ ਜਿਸ ਸ਼ਖਸ ਦੇ ਨਾਲ ਗੁਰੂ ਨਾਨਕ ਪਿਤਾ ਮੇਰੇ ਸਵਾਸ ਸਵਾਸ ਉਹਦੇ ਨਾਲ ਰਹੇ ਹੋਣ, ਤੇ ਉਹ ਹੋਏਗਾ ਨਹੀਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਤੇ ਸਾਰੀਆਂ ਸ੍ਰਿਸ਼ਟੀ ਦਾ ਰਾਜਾ ਹੈ। ਦੇਖੋ ਦੁਨੀਆ ਕੋਲ ਮਾਇਆ ਹੁੰਦੀ ਹੈ,
ਪਰ ਉਸ ਜੇ ਮਾਇਆ ਦੀ ਵਰਤੋਂ ਹੀ ਗਲਤ ਹੋ ਗਈ ਤੇ ਫਿਰ ਮਾਇਆ ਦਾ ਕੀ ਲਾਭ ਹੈ? ਉਹ ਮਾਇਆ ਤੇ ਰਾਏ ਬਲਾਰ ਕੋਲ ਵੀ ਸੀ, ਕਿੰਨਾ ਸੌਖਾ ਸੀ, ਪੁਸਤਾਨੀ ਉਹਦੇ ਕੋਲ ਜ਼ਮੀਨਾਂ ਸੀ, ਜਗ੍ਹਾ ਸੀ, ਪਰ ਉਹਨੇ ਪਹਿਚਾਨ ਲਿਆ ਗੁਰੂ ਨਾਨਕ ਨੂੰ। ਇੱਕ ਮਾਇਆ ਇਹ ਵੀ ਸੀ, ਗੇਰਾ ਸੇਤੀ ਮਾਲ ਧਨ ਸੀ ਉਹਦੇ ਕੋਲ, ਪਰ ਖੁਸ਼ ਹੋ ਗਿਆ ਗੁਰੂ ਨਾਨਕ ਨੂੰ। ਇੱਕ ਦਿਨ ਪਿਤਾ ਕਾਲੂ ਨੂੰ ਕਹਿੰਦਾ, ਦੇਖ ਪਿਤਾ ਕਾਲੂ, ਗਲਤੀ ਨਾਲ ਵੀ ਇਸ ਨਾਨਕ ਨੂੰ ਅੱਜ ਤੋਂ ਬਾਅਦ ਚੰਡ ਨਾ ਮਾਰ ਦੇਈਂ। ਦੇਖੋ ਮਾਇਆ ਹੋਣੀ ਮਾੜੀ ਨਹੀਂ ਜੇ। ਤੇ ਜਦ ਪਿਤਾ ਨੇ ਗੱਲ ਸੁਣੀ ਤੇ ਕਹਿਣ ਲੱਗੇ, ਰਾਏ ਬਲਾਰ ਜੀ ਤੁਸੀਂ ਕਿਉਂ ਇਹਦੀ ਜਿਆਦਾ ਤਰਫਦਾਰੀ ਕਰ ਰਹੇ ਹੋ? ਮੇਰਾ ਪੁੱਤਰ ਹੈ। ਤੇ ਰਾਏ ਬਲਾਰ ਕਹਿੰਦਾ, ਪੁੱਤਰ ਤੇਰਾ ਹੈ, ਪਰ ਇਹ ਰੱਬ ਹੀ, ਇਹ ਰੱਬ ਦਾ ਰੂਪ ਹੈ। ਤੁਸੀਂ ਯਾਦ ਹੋਣਾ ਤੁਹਾਨੂੰ, ਉਹਦੀ ਪੁਸਤਾਨੀ ਜਗ੍ਹਾ ਸੀ ਰਾਏ ਬਲਾਰ ਦੀ, ਰਾਏ ਭੂਏ ਦੀ ਤਲਵੰਡੀ ਕਹਿੰਦੇ ਨਾ, ਮਹਾਰਾਜ ਦਾ ਪ੍ਰਕਾਸ਼ ਹੋਇਆ। ਉਸਨੇ ਉਹ ਧਰਤੀ ਗੁਰੂ ਨਾਨਕ ਤੇ ਖੁਸ਼ ਹੋ ਕੇ ਨਨਕਾਣਾ ਸਾਹਿਬ ਰੱਖ ਦਿੱਤੀ। ਅੱਜ ਤੱਕ ਜਿੰਨੇ ਵੀ ਸੰਸਾਰ ਵਿੱਚ ਜਿੱਥੇ ਵੀ ਕੋਈ ਬੈਠਾ ਹੈ, ਹਰ ਕੋਈ ਗੁਰੂ ਨਾਨਕ ਨੂੰ, ਉਸ ਧਰਤੀ ਨੂੰ ਜਦੋਂ ਪ੍ਰਕਾਸ਼ ਆਉਂਦਾ, ਜਾਂ ਡੇਲੀ ਹਰ ਗੁਰਦੁਆਰਿਆਂ ਵਿੱਚ ਅਰਦਾਸ ਹੁੰਦੀ ਹੈ ਨਾ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ, ਗੁਰੂ ਦੇ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ। ਇੱਥੋਂ ਪਤਾ ਲੱਗਦਾ ਹੈ ਕਿ ਰਾਏ ਬਲਾਰ ਦੀ ਵੀ ਹਾਜ਼ਰੀ ਇਹਦੇ ਵਿੱਚ ਲੱਗ ਰਹੀ ਹੈ, ਜਿਸ ਨੇ ਆਪਣੀ ਸਾਰੀ ਜਾਇਦਾਦ, ਉਹਨੇ ਕਿਹਾ ਪਿਤਾ ਕਾਲੂ ਅਗਰ ਇਹ ਕਦੀ ਪੈਸੇ ਵੀ ਖਰਾਬ ਤੇਰੇ ਕਰਦੇ ਨਾ, ਤੇ ਜਿੰਨਾ ਰੁਝਾਨਾ ਤੂੰ ਮੇਰੇ ਕੋਲ ਆ ਕੇ ਲੈ ਜਾਇਆ ਕਰ। ਦੇਖੋ ਮਾਲ ਪੈਸੇ ਇਹਦੇ ਕੋਲ ਵੀ ਨੇ। ਅੱਜ ਵੱਡੇ ਧਨਾੜ ਜਿਹੜੇ ਹੁੰਦੇ ਨੇ ਨਾ, ਉਹ ਤੇ ਮਾੜੇ ਰਿਸ਼ਤੇਦਾਰ ਨੂੰ ਕੋਲ ਵੀ ਨਹੀਂ ਲੱਗਣ ਦਿੰਦੇ। ਜਿਹੜਾ ਕੋਈ ਗਰੀਬ ਰਿਸ਼ਤੇਦਾਰ ਹੋਏ ਨਾ, ਤੇ ਉਹ ਕਹਿੰਦਾ ਵੀ ਪਾਸੇ ਹੀ ਰਹੀਏ, ਕਿਧਰੇ ਆਏਗਾ ਭਾਵੇਂ ਉਹ ਵਿਚਾਰਾ ਹਾਲ ਹੀ ਪੁੱਛਣ ਆਵੇ, ਉਹ ਘਰੋਂ ਹੀ ਭੱਜ ਜਾਂਦਾ ਹੈ। ਤੇ ਰਾਏ ਬਲਾਰ ਨੇ ਆਪਣੇ ਘਰ ਦੀ ਜ਼ਮੀਨ ਹੀ ਸਾਰੀ ਗੁਰੂ ਨਾਨਕ ਦੇ ਨਾਮ ਲਿਖ ਦਿੱਤੀ। ਅੱਜ ਉਸ ਜਗ੍ਹਾ ਦਾ ਨਾਮ ਨਨਕਾਣਾ ਸਾਹਿਬ ਹੈ। ਔਰ ਪੁਰਾਣੀਆਂ ਜਿਹੜੀਆਂ ਤੁਸੀਂ ਰਜਿਸਟਰੀ ਵੀ ਦੇਖੋਗੇ ਨਾ, ਉੱਥੇ ਦੇ ਲੋਕ ਦੱਸਦੇ ਨੇ ਨਾਨਕ ਦੇ ਨਾਮ ਤੋਂ ਹੈ। ਤਾਂ ਇਹ ਵੇ ਕਿ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ, ਗੁਰੂ ਸਾਹਿਬ ਨੇ ਮੈਂ ਤੈਨੂੰ ਅੰਦਰ ਦੀ ਅਮੀਰੀ ਦਵਾਉਣਾ ਚਾਹੁੰਦਾ, ਤੂੰ ਬਾਹਰ ਦੀ ਅਮੀਰੀ ਲੈ ਕੇ ਖੁਸ਼ ਹੋ ਰਿਹਾ, ਜਿਹੜਾ ਤੈਨੂੰ ਪਰਮਾਤਮਾ ਤੋਂ ਵਿਛੜ ਦੇਗੀ। ਹੋਵੇ ਤੇਰੇ ਕੋਲ ਮਾਇਆ, ਪਰ ਉਹ ਮਾਇਆ ਤੈਨੂੰ ਇਸ ਤਰ੍ਹਾਂ ਪਕੜ ਵਿੱਚ ਨਾ ਹੋਵੇ। ਜੇ ਤੇਰੀ ਉਹ ਮਾਇਆ ਪਕੜ ਬਣ ਗਈ, ਫਿਰ ਉਹ ਮਾਇਆ ਬਣ ਜਾਏਗੀ। ਤਾਂ ਗੁਰੂ ਸਾਹਿਬ ਇੱਥੇ ਇਹੀ ਸਮਝਾ ਰਹੇ ਨੇ ਕਿ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਉਸ ਨਾਮ ਜਪਣ ਵਾਲੇ ਦੀ ਬਰਾਬਰੀ ਜਿਹਦੇ ਅੰਦਰ ਰੱਬ ਨਹੀਂ ਵਿਸਰਦਾ, ਭਾਵੇਂ ਉਹਦੇ ਵੱਡੇ ਧਨਾੜ ਵੀ ਉਹਦੇ ਸਾਹਮਣੇ ਕੀੜੀ ਬਰਾਬਰ ਵੀ ਨਹੀਂ ਹੈ, ਤੁਲ ਜਿੰਨੇ ਵੀ ਨਹੀਂ ਨੇ। ਦੇਖੋ ਨਾਮ ਜਪਣ ਵਾਲੇ ਨੂੰ, ਜਿਸ ਕੇ ਪੱਲੇ ਧਨ ਵਸੇ, ਤਿਨ ਕਾ ਨਾਮ ਫਕੀਰ, ਜਿਨ ਕੇ ਹਿਰਦੇ ਤੂੰ ਵਸੇ, ਤੇ ਨਰ ਗੁਣੀ ਗਹੀਰ। ਜਿਹਦੇ ਕੋਲ ਧਨ ਹੈ ਉਹ ਫਕੀਰ ਹੈ, ਫੁੱਕ ਹੈ, ਕੁਛ ਨਹੀਂ ਹੈ। ਜਿਨ ਕੇ ਹਿਰਦੇ ਤੂੰ ਵਸੇ, ਜਿਹਦੇ ਹਿਰਦੇ ਵਿੱਚ ਤੂੰ ਵਸਣਾ, ਤੇ ਨਰ ਗੁਣੀ ਗਹੀਰ, ਉਹ ਸਾਰੇ ਗੁਣਾਂ ਦਾ ਮਾਲਕ ਮੰਨਿਆ ਜਾਂਦਾ ਹੈ। ਤੇ ਭਾਈ ਜਿਹਦੇ ਪੱਲੇ ਨਾਮ ਹੈ, ਉਹਦੀ ਵਡਿਆਈ, ਉਹਦੀ ਸ਼ੋਭਾ ਇੱਥੇ ਹੀ ਨਹੀਂ ਉੱਥੇ ਵੀ ਹੁੰਦੀ ਹੈ। ਜਦੋਂ ਸੰਸਾਰ ਤੋਂ ਜਾਂਦਾ ਹੈ, ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਜਦੋਂ ਇੱਥੋਂ ਜਾਂਦਾ ਹੈ, ਉਹ ਬਿਬਾਨ ਤੇ ਜਾਂਦਾ ਹੈ, ਉਹਨੂੰ ਉੱਥੇ ਵੀ ਜੈ ਜੈਕਾਰ ਮਿਲਦੀ ਹੈ। ਕਿਉਂ? ਕਿਉਂਕਿ ਉਹ ਕਾਰਜ ਹੀ ਐਸੇ ਕਰਕੇ ਆਇਆ ਹੈ, ਜਿਸ ਕਾਰਨ ਵਾਸਤੇ ਸਤਿਗੁਰੂ ਨੇ ਸਾਨੂੰ ਇਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਜੋ ਸਾਨੂੰ ਇਹ ਜਗ੍ਹਾ ਭੇਜੀ ਹੈ, ਉਸ ਵਾਸਤੇ ਉਹ ਸੰਸਾਰ ਵਿੱਚ ਆਇਆ ਹੈ। ਉਹ ਸਮਝ ਜਾਂਦਾ ਹੈ। ਤਾਂ ਗੁਰੂ ਸਾਹਿਬ ਅੱਜ ਇਸ ਪੌੜੀ ਵਿੱਚ ਨਾਮ ਜਪਣ ਵਾਲਿਆਂ ਦੀ ਮਹਿਮਾ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਮਾਇਆ ਮਾੜੀ ਨਹੀਂ ਜੇ। ਮਾਇਆ ਨਾਲ ਮੈਂ ਇਹ ਨਹੀਂ ਕਿ ਮਾਇਆ ਵਾਲਿਆਂ ਨੂੰ ਮੈਂ ਮਾੜਾ ਕਹਿ ਰਿਹਾ, ਮਾਇਆ ਦਾ ਹੰਕਾਰ ਹੋ ਜਾਣਾ ਉਹ ਮਾਇਆ ਜੇ। ਤਾਂ ਮਾਇਆ, ਮਹਾਰਾਜ ਕਹਿੰਦੇ ਨੇ ਸਾਰੀ ਅਜਮਾਈ ਮਾਇਆ ਮਨੂ ਨਾ ਵਿਸਰੇ, ਮੰਗੇ ਦਮਾ ਦਮ। ਹਰ ਕੋਈ ਮਾਇਆ ਮੰਗ ਰਿਹਾ, ਮੰਗੋ ਭਾਈ ਮਾਇਆ ਮੰਗੋ, ਪਰ ਮਾਇਆ ਦੇ ਵਿੱਚ ਇਤਨਾ ਨਾ ਵਿੱਚ ਲੀਨ ਹੋ ਜਾਈਏ ਕਿ ਸਾਨੂੰ ਪ੍ਰਭੂ ਪਰਮਾਤਮਾ ਹੀ ਨਾ ਭੁੱਲ ਜਾਏ।
ठीक है माया लोड़ है, माया सानू हर एक नू सवेरे उठने जे पेस्ट करांगे तो उत्थों ही माया की शुरुआत हो जाती है भी, क्योंकि कहते ना गृहस्थी, जिस गृहस्थी कोल माया नहीं वो कोडी दा नहीं, ते जिस संत कोल जे नाम नहीं तो वह भी कोडी दा नहीं। तो भाई असी भी अंदर हिरदे विच नाम वसाइए, और मैं कहां नाम ही मंग लांगे, ये वस्तुआं तो आपे ही आ जाणगियां। ये नाम दे अधीन ने, माया अधीन नहीं है नाम दे अधीन माया है। ध्यान देना, नाम मंगांगे सारियां चीज़ां आपे ही आ जाणगियां। असी मंगने आ पत्ते, मंगने आ फुल, मंगने आ टहनियां, मंगने आ, जे तू जाड़ी मंग लई, जड़ हो गई तो ये चीज़ां आपे ही आ जाणगियां। जे रब ही मंग लिया, रब दे नाल जिन्नियां तेरियां चीज़ां ने सब आपे ही आ जाणगियां। असी जितने ये सुख मंगने आ ना, ये सब दुख दे विच कन्वर्ट हो जाते हैं। तो जिन्ने भी नाम मंगदा है उहदे विच सुख ने, क्योंकि नाम सदैव है, वो हमेशा रहना है, माया सदैव नहीं है। जदों असी जाना है ना तो असी कुछ भी नाल नहीं लैके जाना। ये कारू बादशाह वर्गे भी होए ने ना, 40-40 गंज माया सी, ते इतनी माया सी कि अपने उस जगह दे अंदर जिथे रहिंदा सी, कहंदे सी एक तीर छड्डो ना जिथे जांदा है 40 गंज, वो एक गंज हुंदा सी, ते जिथे ते तीर छड्डो इतनी उहदे कोल माया सी, 11 सेती माल धन। पर उहदी एक मन की मनसा सी कि इस पिंड दे अंदर किसी कोल माया रह ना जाए, ते उन्हें घर घर दे विच एक ऐलान करा दिता, जिहदे कोल 1 रुपये का सिक्का होया ना ते ओनू मैं अपनी धी का साग दे कर दांगा। भाव कि वह माया कढ़ाउण दा एक ढंग सी, ते उन्हें एक ऐलान कर दिता। ऐलान होया, सारियां ने वेख्या रुपया किहदे कोल होना है, उन्हें सब दियां रुपये पैसे सब खो खा लए सी। ते एक जवान मुंडा सी, उन्हें मां नूं कहा मैनूं रुपया चाहिए, मैं राजे की धी नाल विआह करना है। वो कहंदी असीं गरीब आदमी, साडे कोल रुपया कित्थे। वो बाते जिद्दे चढ़ गया, ते मां कहंदी फिर ज्यादा कह रहे ना, जद तेरे प्यो दा दबाया सी ना तैनूं, उहनूं जदों कबर च दबाया सी ते ओहदे मुख ते असीं रुपया रखिया सी। उन्हें जाके अपने प्यो की कबर पट्टी, रुपया लियाया ते राजे दे अगे लिया के रखिया, कारू दे अगे एल है रुपया। ते कारू ने पूछया, कारू ने गिरफ्तार कर लिया, क्योंकि उन्हें तो कढ़वाना सी रुपये। तो उन्हें कहा रुपया आया कित्थों है, कहंदा प्यो की कबर दे विचों। ते उन्हें उस वेले इतिहास से सारियां कबरां ही पटवा दित्तियां। भाव कि इतनी माया की भुख अंदर चढ़ी हुई सी, सारियां पटवा दित्तियां। ते नेत परमेश्वर दी गुरु नानक पातशाह उस शहर विच गए, ते बाहर जाके मरदाने नूं कहा बाणी आई है, रबाब छेड़। ते जद बाणी गा रहा सी, ते जद पता लग्या कोई फकीर आया है, ते कहंदा मैं नहीं मनदा किसी फकीर नूं, कारू कहंदा है। ते जद महाराज ने कहा की गल कारू, कहंदा जी मैं तुसी मैनूं पता है तुसी गल्लां चला के मेरे को मंगोगे, फिर मैं तुहानूं कुछ दवांगा। गुरु नानक पातशाह कहंदे असीं मंगण नहीं आए, असीं कुछ देण आए आ। ते लालची सी, कहंदा की देण आए हो फिर दसो। कहंदे ने इह महाराज ने अपने झोले दे विचों एक सूई कड्डी पारस दी, कहंदे ने कारू ये जिन्नू भी लगाएगा ना सोना हो जाएगा। वो लालची सी, हल्क गया, क्योंकि बिरती लोभी बिरती सी। ले ली, लैके जब चलन लगा, महाराज ने आवाज मारी, कारू ये जिहड़ी पारस दी सूई है ना, एक गल याद रखी, जद तेरी मौत होनी असीं दरगाह च वापस ले लेनी है तेरे कोलों। वो फिर सोची पै गया, कहंदा चलो मैं घर जाके घर वाली नाल गल करना। घर गया, घर वाली सियाणी सी, वो माया तो निर्लेप सी। जद गल कीती कि एक फकीर आया, उन्हें फकीर साईं ने एक सूई दिती है पारस। वो कहंदे जिहदे नाल भी लगाओगे सोना हो जाएगा, पर एक शर्त है, वो कहंदे दरगाह विच वापस चाहिदी है। वो कहंदे भलिया दरगाह भी तो कुछ भी नहीं नाल जाना, ते सूई कित्थों जाएगी। फिर वो सूई लैके गुरु नानक दे कोल आया, महाराज एवें तुसी कह रहे हो दरगाह भी तो कुछ नाल जाना नहीं। दरअसल गुरु नानक ने अपने बचना का तीर मारना सी, समझाने का नवेकला ढंग सी। महाराज ने कहा जे सूई नहीं जा सकती, इन्नी 40 गंज तू माया जोड़ी है, गरीबां दा खून चूस चूस के, लोगों का लहू खा पी पी के, और इतनी तू लुट मारी करके, लुट कसुट करके तू ये माया कट्ठी कीती है, ये नाल जाएगी।
ਉਸ ਵੇਲੇ ਉਹ ਬਚਨਾਂ ਦਾ ਤੀਰ ਗੁਰੂ ਨਾਨਕ ਦਾ ਉਹਦੇ ਹਿਰਦੇ ਵਿੱਚ ਲੱਗਿਆ, ਕਿਉਂਕਿ ਗੁਰੂ ਨਾਨਕ ਦੇ ਵਿਚਾਰਾਂ ਨਾਲ ਵਿਚਾਰ ਉਹਦੇ ਬਦਲ ਗਏ। ਤੇ ਅੱਜ ਉਹ ਕਾਰੂ ਨਾ ਰਿਹਾ, ਅੱਜ ਉਸੇ ਮਾਇਆ ਨੂੰ ਗਰੀਬਾਂ ਦੇ ਵਿੱਚ ਵੰਡ ਕੇ ਔਰ ਆਪਣੇ ਜੀਵਨ ਨੂੰ ਸਫਲ ਕਰ ਗਿਆ। ਤੇ ਅਸੀਂ ਵੀ ਇਤਨੀਆਂ ਬਾਣੀ ਸੁਣ ਕੇ ਮਾਇਆ ਦੇ ਵਿੱਚ ਰਹੀਏ, ਪਰ ਜਿਸ ਤਰ੍ਹਾਂ ਕਮਲ ਦਾ ਫੁੱਲ ਹੁੰਦਾ ਨਾ, ਰਹਿੰਦਾ ਕਿਚੜ ਵਿੱਚ ਪਰ ਰਹਿੰਦਾ ਬਿਲਕੁਲ ਖਿਲਿਆ ਹੁੰਦਾ, ਉਸੇ ਤਰ੍ਹਾਂ ਸਿੱਖਾ ਗੁਰੂ ਨਾਨਕ ਨਹੀਂ ਕਹਿੰਦੇ ਤੇਰੇ ਕੋਲ ਵਧੀਆ ਕਾਰ ਨਾ ਹੋਵੇ, ਵਧੀਆ ਕੋਠੀ ਨਾ ਹੋਵੇ, ਵਧੀਆ ਤੇਰਾ ਖਾਣ ਪੀਣ ਨਾ ਹੋਵੇ, ਅੱਛੇ ਕੱਪੜੇ ਹੋਣ, ਹਾਂ ਘਰ ਹੋਵੇ, ਉਸ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਲਾਈਟ ਚੱਲ ਰਹੀ ਹੋਵੇ। ਗੁਰੂ ਨਾਨਕ ਨਹੀਂ ਚਾਹੁੰਦੇ ਤੇਰੇ ਕੋਲ ਕਾਰ ਨਾ ਹੋਵੇ, ਉਸ ਕਾਰ ਵਿੱਚ ਜਦ ਤੂੰ ਬੈਠੇ ਉਸ ਵੇਲੇ ਉੱਤੇ ਸ਼ਬਦ ਕੀਰਤਨ ਚੱਲ ਰਿਹਾ ਹੋਵੇ। ਗੁਰੂ ਨਾਨਕ ਨਹੀਂ ਚਾਹੁੰਦੇ ਕੱਪੜਾ ਤੂੰ ਨਾ ਪਾ, ਉਹ ਕਹਿੰਦੇ ਨੇ ਵਧੀਆ ਤੋਂ ਵਧੀਆ ਪਾ, ਪਰ ਕੱਪੜੇ ਪਹਿਨ ਤੋਂ ਪਹਿਲਾਂ ਉਸ ਨੂੰ ਯਾਦ ਕਰ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਜੇ ਤੂੰ ਉਹਨੂੰ ਪਰਮਾਤਮਾ ਨੇ ਇਹ ਤੈਨੂੰ ਕੱਪੜੇ ਦਿੱਤੇ ਨੇ, ਜੇ ਪ੍ਰਸਾਦ 36 ਅੰਮ੍ਰਿਤ ਖਾਏ, ਜੇ ਪ੍ਰਸਾਦ ਬਸੇ ਸੁਖ ਮੰਦਰ, ਇਹ ਸਾਰੀ ਅਸ਼ਟਪਦੀ ਪੜੋ। ਮਹਾਰਾਜ ਕਹਿੰਦੇ ਨੇ ਜਿਹੜੀਆਂ ਜਿਹੜੀਆਂ ਕਿਰਪਾ ਨਾਲ ਤੈਨੂੰ ਇਹ ਮਾਇਆ ਦੀਆਂ ਦਾਤਾਂ ਮਿਲੀਆਂ ਨੇ ਨਾ, ਉਹਦਾ ਸ਼ੁਕਰ ਕਰ। ਜੇ ਕਾਰੂ ਨੂੰ ਸਮਝ ਆ ਗਈ, ਮੈਂ ਕਹਿੰਦਾ ਸੀ ਕਾਰੂ ਦੀ ਲੈਣ 'ਚ ਲੱਗ ਜਾਈਏ ਤੇ ਸ਼ਾਇਦ ਸਾਡਾ ਵੀ ਭਲਾ ਹੋ ਜਾਏ। ਤਾਂ ਗੁਰੂ ਮਹਾਰਾਜ ਨੇ ਅੱਜ ਇਹੀ ਸਮਝਾਉਣਾ ਚਾਹਿਆ ਕਿ ਜਿਹਦੇ ਪੱਲੇ ਨਾਮ ਹੈ ਨਾ, ਉਹਦੀ ਬਰਾਬਰੀ ਕੋਈ ਵੀ ਸੰਸਾਰ ਦਾ ਧਨਾੜ ਨਹੀਂ ਕਰ ਸਕਦਾ, ਕਿਉਂਕਿ ਜਿਹਦੇ ਹਿਰਦੇ ਵਿੱਚ ਨਾਮ ਹੈ। ਤਾਂ ਗੁਰੂ ਸਾਹਿਬ ਨੇ ਅੱਜ ਇਹ ਪੌੜੀ ਵਿੱਚ ਇਹ ਸਮਝਾਉਣਾ ਕੀਤਾ ਹੈ। ਆਸ ਹੈ ਕਿ ਗੁਰੂ ਸਾਹਿਬ ਸਾਡੇ 'ਤੇ ਵੀ ਮਿਹਰ ਕਰਨ, ਬਖਸ਼ਿਸ਼ਾਂ ਕਰਨ, ਸਾਨੂੰ ਹੀ ਇਸ ਨਾਮ ਜਪਣ ਦੀ ਆਦਤ ਪੈ ਜਾਏ। ਮੈਂ ਕਹਿੰਦਾ ਆਦਤ ਹੀ ਪੈਣੀ ਚਾਹੀਦੀ ਹੈ ਨਾ। ਇੱਕ ਸ਼ਰਾਬੀ ਨੂੰ, ਇੱਕ ਨਸ਼ਈ ਨੂੰ ਇੱਕ ਆਦਤ ਹੀ ਪੈਂਦੀ ਹੈ ਨਾ, ਤਾਂ ਉਹ ਮਾੜੇ ਬੰਨੇ ਚੱਲ ਜਾਂਦਾ। ਤੇ ਕਿੱਥੇ ਸਾਨੂੰ ਹੀ ਜੇ ਉਹਨੂੰ ਮਾੜੀ, ਜਿਉਂ ਅਮਲੀ ਅਮਲ ਲੁਭਾਵੇ, ਜਿਸ ਤਰ੍ਹਾਂ ਅਮਲੀ ਆਪਣੇ ਅਮਲ ਵਿੱਚ ਲੁਭਿਆ ਹੁੰਦਾ ਨਾ, ਅਸੀਂ ਵੀ ਤੇਰੇ ਨਾਮ ਦੇ ਨਸ਼ੇ ਦੇ ਵਿੱਚ ਲੁਭ ਜਾਈਏ। ਸਾਨੂੰ ਹੀ ਇਹ ਨਸ਼ਾ ਲਗਾ ਦਿਓ ਗੁਰੂ ਸਾਹਿਬ, ਜੇ ਇਹ ਲੱਗ ਗਿਆ ਫਿਰ ਕੀ ਹੋਏਗਾ? ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਉਹ ਦਾਸ ਦੀਆਂ ਨੇ, ਖਿਮਾ ਕਰ ਦੇ।